वाहिगुरु जी का खालसा वाहिगुरु जी की फतेह। प्यारी साध संगत जीओ, ਅੰਮ੍ਰਿਤ ਵੇਲੇ ਬਾਰੇ ਵਿਚਾਰ ਕਰਾਂਗੇ। ਕੁਛ ਸਵਾਲ ਨੇ ਆਪ ਜੀ ਦੇ ਜੋ ਪੜ੍ਹੇ ਸੀਗੇ ਕਿ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਅਤੇ ਕੁਛ 2-3 ਜੁਗਤਾਂ ਨੇ। ਵੈਸੇ ਤਾਂ ਉਹਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਮਿਲਣਾ, ਪਰ ਜੇ ਸਿਰਫ ਅਸੀਂ ਬਾਰ-ਬਾਰ ਇਹੀ ਕਹੀ ਜਾਵਾਂਗੇ ਨਾ ਕਿ ਅਜੇ ਉਹਦੀ ਕਿਰਪਾ ਨਹੀਂ ਆ ਅਤੇ ਉੱਦਮ ਨਹੀਂ ਕਰਾਂਗੇ ਅਤੇ ਫਿਰ ਹੋਣਾ ਕੁਛ ਨਹੀਂ, ਸਿਰਫ ਡੀਮੋਟੀਵੇਸ਼ਨ ਅੰਦਰ ਘਰ ਕਰ ਜਾਣੀ ਅਤੇ ਬਾਰ-ਬਾਰ ਇਹੀ ਸੁਣੀ ਕਹੀ ਜਾਵਾਂਗੇ ਕਿ ਉਹਦੀ ਕਿਰਪਾ ਨਹੀਂ ਆ, ਉਹਦੀ ਕਿਰਪਾ ਮਿਲੂਗੀ ਤਾਂ ਕਰਾਂਗੇ। ਪਰ ਉੱਦਮ, ਸੰਗਤ, ਇਹ ਦੋਨੋਂ ਜਦੋਂ ਮਿਲਦੇ ਆ ਨਾ ਅਤੇ ਗੁਰੂ ਤਾਂ ਸਦਾ ਹੀ ਦੇ ਰਿਹਾ, ਉਹਨੇ ਕਦੇ ਵੀ ਰੋਕਣਾ ਨਹੀਂ। ਰੁਕਾਵਟ ਕਿਤੇ ਨਾ ਕਿਤੇ ਸਾਡੇ 'ਚ ਆ। ਸੋ ਕੁਛ ਸਵਾਲ ਇੱਦਾਂ ਦੇ ਵੀ ਨੇ ਕਿ ਇਹਦਾ ਸਹੀ ਸਮਾਂ ਕਿਹੜਾ। ਕੋਈ ਇਹ ਸਮਝਾਉਂਦਾ ਕਿ 2 ਤੋਂ ਸ਼ੁਰੂ ਆ, ਕੋਈ ਬੋਲਦਾ 2:30 ਤੋਂ, ਕੋਈ ਬੋਲਦਾ 4 ਤੋਂ 5, ਕੋਈ ਬੋਲਦਾ 12 ਤੋਂ ਹੀ। ਵੈਸੇ ਤਾਂ ਪਿਆਰਿਓ ਸਾਰੀ ਰਾਤ ਹੀ ਆਪਣੀ ਆ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਓ। ਸਾਰੀ ਰਾਤ ਆਪਣੀ ਆ। ਸਮਝੋ ਕਿ ਸਮੇਂ ਦੇ ਚੱਕਰ 'ਚ ਪਾਓ ਹੀ ਨਾ। ਜਦੋਂ ਹੁਣ ਮੰਨ ਲਓ ਤੁਸੀਂ 4 ਵਜੇ ਦਾ ਅਲਾਰਮ ਲਗਾਇਆ ਹੈ ਨਾ, ਅਤੇ ਤੁਹਾਡੀ ਅੱਖ ਖੁੱਲ੍ਹ ਗਈ 2 ਵਜੇ, ਫਿਰ ਸੋਵੋ ਨਾ। ਇਹ ਜੁਗਤੀ ਨੰਬਰ 1। ਤੁਸੀਂ 10 ਮਿੰਟ ਪਹਿਲਾਂ ਉੱਠ ਗਏ ਹੋ, ਅੱਧਾ ਘੰਟਾ ਪਹਿਲਾਂ ਉੱਠ ਗਏ ਹੋ, ਚਾਹੇ 2 ਘੰਟੇ ਪਹਿਲਾਂ ਉੱਠ ਗਏ ਹੋ, ਜੇ ਤਾਂ 2 ਘੰਟੇ ਪਹਿਲਾਂ ਉੱਠ ਗਏ ਤਾਂ ਸੌਣਾ ਨਹੀਂ ਕਦੇ ਵੀ। ਸਗੋਂ ਉਲਟਾ ਕਹਿਣਾ ਕਿ ਗੁਰੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਪਹਿਲਾਂ ਹੀ ਠਾ ਦਿੱਤਾ। ਅਤੇ ਉੱਠ ਕੇ ਆਪਣਾ ਸਿਮਰਨ ਕਰਨਾ, ਨਿਤਨੇਮ ਕਰਨਾ। ਅਤੇ ਕਿਉਂਕਿ ਜੇ ਤੁਸੀਂ ਉਦੋਂ ਰੁਕ ਗਏ ਨਾ, ਜੇ ਉਦੋਂ ਡਿਲੇ ਕਰਤਾ, ਅਤੇ ਫਿਰ ਹੋ ਸਕਦਾ ਉਹ ਜਿਹੜੇ 2 ਘੰਟੇ ਆ ਨਾ, ਉਹ ਜਾਂ ਫਿਰ ਜਿਹੜੇ 5 ਮਿੰਟ ਆ ਕਿ ਅਜੇ ਤਾਂ 5 ਮਿੰਟ ਪਏ ਆ, ਅਲਾਰਮ ਨਹੀਂ ਵੱਜਿਆ, ਉਹ 5 ਮਿੰਟ 5 ਘੰਟੇ ਦੇ ਬਰਾਬਰ ਵੀ ਹੋ ਸਕਦੇ ਆ। ਸੋ ਜੇ ਗੁਰੂ ਨੇ ਉਠਾਇਆ ਨਾ ਤਾਂ ਕਦੀ ਦੁਬਾਰਾ ਨਹੀਂ ਸੌਣਾ। ਇਹ ਤਰੀਕਾ ਨੰਬਰ 1। ਇਹ ਉੱਦਮ 'ਚ ਹੀ ਆਉਂਦਾ ਪਿਆਰਿਓ। ਇਹਨੂੰ ਇਹ ਨਾ ਸਮਝਿਓ ਕਿ ਹਾਂ ਇਹ ਕੋਈ ਬਸ ਐਵੇਂ ਤੁੱਕਾ ਲੱਗ ਗਿਆ ਜਾਂ ਤੁੱਕਾ ਲਾਉਣਾ ਆ। ਇਹ ਜੁਗਤਾਂ ਨੇ ਜੋ ਗੁਰਸਿੱਖ ਆਪਣੇ ਜੀਵਨ ਦੇ ਵਿੱਚ ਸਿੱਖਦੇ ਆ, ਅਤੇ ਇਹ ਤੁਸੀਂ ਜ਼ਰੂਰ ਯੂਜ਼ ਕਰਨਾ। ਗੁਰੂ ਸਾਹਿਬ, ਕਿਉਂਕਿ ਗੁਰੂ ਸਾਹਿਬ ਖੁਦ ਕਹਿ ਰਹੇ, ਗੁਰੂ ਸਾਹਿਬ ਕਹਿ ਰਹੇ ਬਿਲੰਬ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਭਾਵ ਕਿ ਜੇ ਤਾਂ ਸੱਚ ਕਮਾਉਣਾ, ਜੇ ਧਰਮ ਕਮਾਉਣਾ ਹੀ ਨਾ, ਅਤੇ ਨਹਿ ਬਿਲੰਬ ਧਰਮੰ। ਕਹਿੰਦੇ ਜੇ ਧਰਮ ਕਮਾਉਣਾ ਹੀ ਅਤੇ ਨਹਿ ਬਿਲੰਬ, ਫਿਰ ਦੇਰ ਨਾ ਕਰੀ। ਦੇਰ ਉਦੋਂ ਕਰੀਦੀ ਜਦੋਂ ਪਾਪ ਕਮਾਉਣਾ ਹੋਵੇ। ਬਿਲੰਬ ਪਾਪੰ। ਅਤੇ ਧਰਮ ਲਈ, ਸੱਚ ਕਮਾਉਣ ਲਈ ਕੀ ਕਹਿ ਰਹੇ? ਨਹਿ ਬਿਲੰਬ ਧਰਮੰ। ਸੋ ਇਹ ਤੁਕਾਂ ਯਾਦ ਰੱਖਣੀਆਂ ਆਪਣੇ ਮਾਈਂਡ 'ਚ। ਜਦੋਂ ਵੀ ਉੱਠਣਾ ਹੈ ਨਾ, ਇਹ ਯਾਦ ਰੱਖਣੀ ਕਿ ਨਹਿ ਬਿਲੰਬ ਧਰਮੰ। ਮੈਂ ਧਰਮ ਕਮਾਉਣਾ ਅਤੇ ਫਿਰ ਬਿਲੰਬ ਨਹੀਂ ਕਰਨਾ, ਉੱਠ ਜਾਣਾ। ਜੇ 4 ਵਜੇ ਉੱਠਦੇ ਹੋ, 2 ਵਜੇ ਜਾਗ ਆ ਗਈ, ਤਾਂ 2 ਤੋਂ 4 ਆਪਣਾ ਕਰਕੇ ਭਾਵੇਂ ਫਿਰ ਸੌਂ ਜਾਓ, ਕੋਈ ਦਿੱਕਤ ਨਹੀਂ।
ਕੋਈ ਦਿੱਕਤ ਹੀ ਨਹੀਂ ਆ ਜੇ ਤੁਸੀਂ 4 ਵਜੇ ਉੱਠਦੇ ਹੋ, 4 ਤੋਂ 5, 5:30 ਕਰਕੇ ਫਿਰ ਸੌਂ ਜਾਓ, ਬਾਅਦ 'ਚ ਉੱਠ ਜਾਓ ਦਿਨ ਚੜ੍ਹੇ, ਕੋਈ ਦਿੱਕਤ ਨਹੀਂ। ਸੋ ਸਭ ਤੋਂ ਪਹਿਲੀ ਜੁਗਤੀ ਇਹ ਸੀ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਜੇ ਕੋਈ ਪਾਪ ਕਰਨ ਨੂੰ ਮਨ ਕਰ ਰਿਹਾ ਹੈ, ਡਿਲੇ ਕਰ ਦੇ, ਹੋ ਸਕਦਾ ਛੁੱਟ ਜਾਏ। ਜੇ ਧਰਮ ਕਮਾਉਣ ਨੂੰ ਦਿਲ ਕਰ ਰਿਹਾ ਤੇ ਫਿਰ ਉਸੇ ਵੇਲੇ ਕਰ ਲਾ, ਫਿਰ ਬਿਲੰਬ ਨਹੀਂ ਕਰਨਾ। ਜੇ ਬਿਲੰਬ ਕੀਤਾ, ਹੋ ਸਕਦਾ ਉਹ ਸਮਾਂ ਮੁੜ ਕੇ ਮਿਲੇ ਹੀ ਨਾ। ਸੋ ਦੂਸਰੀ ਗੱਲ ਕਿ ਦੇਖੋ, ਤੁਸੀਂ ਆਪਣਾ ਉੱਦਮ ਕਰੋਗੇ ਨਾ ਤੇ ਕੁਛ ਦਿਨ ਤੁਸੀਂ ਉੱਠ ਜਾਣਾ, ਪਰ ਬਾਅਦ ਦੇ ਵਿੱਚ ਫਿਰ ਉਹੀ ਹਾਲ ਹੋ ਜਾਂਦਾ। ਉਹਦਾ ਰੀਜ਼ਨ ਕੀ ਆ? ਉਹਦਾ ਰੀਜ਼ਨ ਆ ਸਾਡੀ ਸੰਗਤ। ਜਦੋਂ ਅਸੀਂ ਸੰਗਤ ਨਹੀਂ ਕਰਦੇ, ਜਦੋਂ ਅਸੀਂ ਗੁਰ ਸ਼ਬਦ ਵਿਚਾਰ ਨਹੀਂ ਕਰਦੇ, ਜਦੋਂ ਅਸੀਂ ਸਾਰਾ ਦਿਨ ਬਸ ਇਹ ਸਮਝ ਲੈਂਦੇ ਹਾਂ ਕਿ ਅਸੀਂ ਅੰਮ੍ਰਿਤ ਵੇਲਾ ਕਰਦੇ ਹਾਂ ਅਤੇ ਉਸ ਤੋਂ ਬਾਅਦ ਇੱਕਦਮ ਡਿਸਕਨੈਕਟ ਹੋ ਜਾਂਦੇ ਹਾਂ। ਉਹ ਲੜੀ ਚੱਲਦੀ ਰਹਿਣੀ ਚਾਹੀਦੀ। ਉਹ ਜਿਹੜਾ ਐਕਸੈਸ ਆ ਨਾ ਅੰਦਰ, ਉਹ ਅੰਦਰ ਚੱਲਦਾ ਰਹਿਣਾ ਚਾਹੀਦਾ। ਜੇ ਅੰਮ੍ਰਿਤ ਵੇਲਾ ਕਰਕੇ ਤੁਸੀਂ ਸੌਂ ਗਏ, ਉਸ ਤੋਂ ਬਾਅਦ ਜਦੋਂ ਤੁਸੀਂ ਉੱਠਣਾ ਹੈ ਨਾ, ਉਸੇ ਵੇਲੇ ਵਾਹਿਗੁਰੂ ਗੁਰਮੰਤਰ ਜਪਣਾ ਸ਼ੁਰੂ ਕਰ ਦੇਣਾ। ਉਸੇ ਵੇਲੇ ਇਹ ਛੋਟੀਆਂ ਛੋਟੀਆਂ ਬਾਤਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ। ਉੱਠਦੇ ਸਾਰ ਹੀ, ਅਜੇ ਭਾਵੇਂ ਅੱਖਾਂ ਵੀ ਨਾ ਖੁੱਲ੍ਹਣ, ਤੁਸੀਂ ਸੋਚੋ ਕਿ ਤੁਸੀਂ ਫਸਟ ਕੰਮ ਕਿਹੜਾ ਕਰਦੇ ਹੋ। ਜਦੋਂ ਤੁਸੀਂ ਅਜੇ ਉੱਠਦੇ ਹੀ ਹੋ, ਸਭ ਤੋਂ ਪਹਿਲਾ ਕੰਮ ਕਿਹੜਾ ਕਰਦੇ ਹੋ? ਜੋ ਵੀ ਕਰਦੇ ਹੋ ਨਾ, ਉਸ ਤੋਂ ਥੋੜ੍ਹਾ ਜਿਹਾ ਪਹਿਲਾਂ ਗੁਰਮੰਤਰ ਜਪਣਾ ਸ਼ੁਰੂ ਕਰ ਦਿਓ। ਦੇਖੋ, ਤੁਹਾਡੀ ਲਾਈਫ ਹੀ ਚੇਂਜ ਹੋ ਜਾਣੀ। ਜਦੋਂ ਤੁਸੀਂ ਸਭ ਤੋਂ ਪਹਿਲਾ ਕਾਰਜ ਹੀ ਵਾਹਿਗੁਰੂ ਵਾਹਿਗੁਰੂ ਵਾਲਾ ਕਰੋਗੇ ਨਾ, ਆਪਣੇ ਆਪ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਣਾ। ਕੁਛ ਵੀ ਕਰ ਰਹੇ ਹੋ, ਨਹਾ ਰਹੇ ਹੋ, ਕੁਛ ਵੀ ਕਰ ਰਹੇ ਹੋ, ਜਪੀ ਚਲੋ, ਗੁਰਮੰਤਰ ਜਪੀ ਚਲੋ, ਵਾਹਿਗੁਰੂ ਵਾਹਿਗੁਰੂ। ਅਜੇ ਅੱਖਾਂ ਵੀ ਨਹੀਂ ਖੁੱਲ੍ਹੀਆਂ ਹੋਣਗੀਆਂ, ਅੱਖਾਂ ਤੋਂ ਦਿਖਣਾ ਵੀ ਨਹੀਂ ਕਿ ਸਾਹਮਣੇ ਕੀ ਹੈ, ਇੱਧਰ ਕੀ ਹੈ, ਉੱਧਰ ਕੀ ਹੈ। ਬਸ ਸ਼ੁਰੂ ਹੋ ਜਾਓ। ਇੱਕ ਵਾਰੀ ਮਾਈਂਡ 'ਚੋਂ ਉਹ ਕਲਿੱਕ ਹੋਣਾ ਚਾਹੀਦਾ ਕਿ ਹਾਂ, ਮੈਂ ਉੱਠ ਗਿਆ ਹਾਂ, ਹੁਣ ਮੈਂ ਸ਼ੁਰੂ ਕਰ ਦੇਣਾ। ਸੋ ਫਿਰ ਕੀ ਹੋਊਗਾ? ਆਧਾਰ ਨਾਮ ਦਾ ਬਣੂਗਾ ਕਿ ਟੇਕ ਜਿਹੜੀ ਹੈ ਨਾ, ਉਹ ਨਾਮ 'ਤੇ ਰਹੂਗੀ। ਤੁਹਾਨੂੰ ਹਰ ਵੇਲੇ ਯਾਦ ਰਹਿਣਾ ਸ਼ੁਰੂ ਹੋ ਜਾਣਾ ਫਿਰ ਕਿ ਮੈਂ ਜਪਣਾ ਆ, ਮੈਂ ਜਪਣਾ ਹੈ ਬਸ। ਅਤੇ ਤੀਸਰੀ ਗੱਲ, ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ। ਇਹ ਹੁਣ ਤੁਸੀਂ ਦੇਖੋ ਕਿ ਬੰਦ ਕਿੱਦਾਂ ਕਰਨੀ। ਇਹ ਮਾਈਂਡ 'ਚ ਬਿਠਾ ਲਓ, ਕਦੀ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ। ਜਦੋਂ ਇਹ ਸੋਚ ਲਓਗੇ ਨਾ ਕਿ ਨਹੀਂ ਕਰਨੀ, ਤੁਹਾਡੇ ਫੋਨ ਕਾਲਸ ਘੱਟ ਜਾਣੇ। ਜਿੰਨੇ ਵੀ ਪਰਸਨ ਆ, ਤੁਸੀਂ ਦੇਖਣਾ ਕਿ ਹਾਂ, ਇਹ ਬੰਦਾ ਮੈਨੂੰ ਫੋਨ ਕਰਕੇ ਮੇਰਾ ਅੱਧਾ ਘੰਟਾ ਖਾ ਜਾਂਦਾ ਅਤੇ ਮਿਲਦਾ ਕੀ, ਮੈਂ ਕਮਾਉਣਾ ਕੀ ਹੈ ਇਹਦੇ ਤੋਂ? ਸਿਰਫ ਕਿਸੇ ਦੀ ਬੁਰਾਈ। ਕਿ ਇਹ ਫੋਨ ਕਰਦਾ ਅਤੇ ਸਾਰੇ ਜਗਤ ਦੀ ਬੁਰਾਈ ਮੇਰੇ ਅੱਗੇ ਸੌਂਪ ਦਿੰਦਾ ਅਤੇ ਮੈਂ ਗ੍ਰਹਿਣ ਕਰ ਲੈਂਦਾ। ਇਹ ਕਾਰਜ ਬੰਦ ਕਰ ਦਿਓ। 80% ਤੁਹਾਡੀ ਜ਼ਿੰਦਗੀ ਇੰਨੀ ਸ਼ਾਂਤ ਹੋ ਜਾਣੀ ਆ, ਇੰਨੀ ਸਮੂਥ ਹੋ ਜਾਣੀ ਆ, ਤੁਸੀਂ ਬਹੁਤ ਸੌਖੇ ਹੋ ਜਾਣਾ। ਬਸ ਕਿਸੇ ਦੀ ਬੁਰਾਈ ਨਹੀਂ ਸੁਣਨੀ। ਚਾਹੇ ਕੋਈ ਕਿੰਨਾ ਵੀ ਬੁਰਾ ਆ, ਠੀਕ ਆ, ਉਹਦੇ ਕਰਮ ਨੇ, ਤੁਸੀਂ ਨਹੀਂ ਸੁਣਨਾ। ਨਾਨਕ ਕੱਚੜਿਆਂ ਤਸਿਓਂ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਫਿਰ ਜਦੋਂ ਤੁਸੀਂ ਇਹ ਸ਼ੁਰੂ ਕਰੋਗੇ ਨਾ, ਇਹ ਛੋਟੀਆਂ ਛੋਟੀਆਂ ਗੱਲਾਂ,
ਤੇ ਯਾਦ ਰੱਖਿਓ ਅਸੀਂ ਅੰਮ੍ਰਿਤ ਵੇਲੇ ਦੇ ਟੌਪਿਕ 'ਤੇ ਆ ਨਾ, ਤੇ ਅੰਮ੍ਰਿਤ ਵੇਲਾ ਕੀਤਾ, ਉਸ ਤੋਂ ਬਾਅਦ ਸਾਰਾ ਦਿਨ ਤੁਹਾਡਾ ਗੁਰਮਤ 'ਚ ਲੰਘਿਆ, ਜਦੋਂ ਗੁਰੂ ਵਾਲੇ ਪਾਸੇ 'ਚ ਲੰਘਿਆ, ਫਿਰ ਹੋਣਾ ਕੀ ਆ, ਅੰਮ੍ਰਿਤ ਵੇਲੇ ਨੇ ਤੁਹਾਡਾ ਦਿਨ ਬਹੁਤ ਵਧੀਆ ਕੱਢਣਾ, ਅਤੇ ਜਿਹੜਾ ਦਿਨ ਪੂਰਾ ਵਧੀਆ ਲੰਘੂਗਾ ਨਾ, ਉਹਦੇ ਬੇਸ 'ਤੇ ਤੁਹਾਨੂੰ ਅਗਲੇ ਦਿਨ ਦਾ ਅੰਮ੍ਰਿਤ ਵੇਲਾ ਆਪਣੇ ਆਪ ਦੇ ਦੇਣਾ ਕੁਦਰਤ ਨੇ। ਇਹ ਬਹੁਤ ਵੱਡੀ, ਕਹਿ ਲਓ ਕਿ ਇਹਦਾ ਕਨੈਕਸ਼ਨ ਬਹੁਤ ਵੱਡਾ ਹੈ। ਜੋ ਤੁਸੀਂ ਪੂਰਾ ਦਿਨ ਕਰਨਾ ਹੈ ਨਾ, ਉਹਦਾ ਪ੍ਰਸਾਦ ਤੁਹਾਨੂੰ ਅੰਮ੍ਰਿਤ ਵੇਲੇ ਦੇ ਰੂਪ ਦੇ ਵਿੱਚ ਆਪਣੇ ਆਪ ਮਿਲ ਜਾਣਾ। ਸੋ ਇਸ ਬਾਰੇ ਥੋੜ੍ਹਾ ਸੋਚਣਾ ਸ਼ੁਰੂ ਕਰ ਦਿਓ। ਚੌਥੀ, ਮੈਨੂੰ ਲੱਗਦਾ 3 ਹੋ ਗਈਆਂ, ਚਲੋ ਜਿੰਨੀਆਂ ਵੀ ਹੋ ਗਈਆਂ। ਅਤੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈ ਨਾ, ਉਹ ਆ ਪੋਜ਼ੀਟਿਵਿਟੀ। ਜੇ ਤੁਹਾਡੇ ਤੋਂ ਨਹੀਂ ਉੱਠ ਹੋਇਆ ਨਾ, ਕਦੇ ਵੀ ਨਿਰਾਸ਼ ਨਹੀਂ ਹੋਣਾ। ਅਸੀਂ ਸੋਚੋ, ਅਸੀਂ ਕਿਉਂ ਉੱਠਦੇ ਹਾਂ ਅੰਮ੍ਰਿਤ ਵੇਲੇ, ਕਿਉਂ ਉੱਠਦੇ ਹਾਂ ਬਾਣੀ ਪੜ੍ਹਨ ਲਈ, ਜਾਂ ਅਸੀਂ ਬਾਣੀ ਕਿਉਂ ਪੜ੍ਹਦੇ ਹਾਂ? ਕਿ ਅਸੀਂ ਸਕੂਨ 'ਚ ਰਹਿ ਸਕੀਏ, ਵਾਹਿਗੁਰੂ ਦੇ ਗੁਣ ਗਾ ਸਕੀਏ, ਸਾਨੂੰ ਅਸੀਂ ਇਹ ਛੋਟੇ ਛੋਟੇ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਸਕੀਏ, ਹੈ ਨਾ। ਅਤੇ ਜੇ ਅਸੀਂ ਫਿਰ ਵੀ ਨਿਰਾਸ਼ ਹੀ ਹੋ ਗਏ ਤਾਂ ਗੱਲ ਤਾਂ ਉੱਥੇ ਹੀ ਰਹੀ। ਜੇ ਅੱਜ ਮਿਸ ਹੋ ਗਿਆ ਤਾਂ ਕੋਈ ਗੱਲ ਨਹੀਂ, ਗੁਰੂ ਸਾਹਿਬ ਫਿਰ ਦੇ ਦੇਣਗੇ। ਨਿਰਾਸ਼ ਨਹੀਂ ਹੋਣਾ ਕਦੀ। ਜਦੋਂ ਤੁਸੀਂ ਨਿਰਾਸ਼ ਹੋ ਜਾਂਦੇ ਹੋ ਨਾ, ਫਿਰ ਉਹ ਇੰਨੀ ਜ਼ਿਆਦਾ ਨੈਗੇਟਿਵਿਟੀ ਅੰਦਰ ਬਣ ਜਾਂਦੀ ਕਿ ਫਿਰ ਤੁਸੀਂ ਉੱਠ ਨਹੀਂ ਪਾਉਂਦੇ। ਜਿੱਦਣ ਨਹੀਂ ਉੱਠਿਆ ਗਿਆ ਜਾਂ ਜਿੱਦਣ ਲੇਟ ਹੋ ਗਏ, ਉਦਣ ਇਹ ਸੋਚ ਲਓ ਕਿ ਕੋਈ ਗੱਲ ਨਹੀਂ, ਪੂਰਾ ਦਿਨ ਪਿਆ ਆ, ਕਿੰਨੇ ਘੰਟੇ ਪਏ ਆ ਮੇਰੇ ਕੋਲੋਂ, ਇੱਦਾਂ ਸੋਚ ਲੈਣਾ ਉਦੋਂ। ਜੇ ਤੁਸੀਂ ਇਹ ਸੋਚ ਲਿਆ ਕਿ ਹਾਏ ਮੇਰੇ ਤੋਂ ਨਹੀਂ ਹੋਇਆ, ਸਾਰਾ ਦਿਨ ਉਹੀ ਬਸ ਉਸੇ ਦਾ ਹੀ ਗੁਣ ਗਾਈ ਜਾਣਾ, ਉਸੇ ਦਾ ਹੀ ਕਹਿ ਲਓ ਕਿ ਉਸੇ ਦਾ ਹੀ ਸਿਮਰਨ ਕਰੀ ਜਾਣਾ ਕਿ ਮੇਰੇ ਤੋਂ ਨਹੀਂ ਹੋਇਆ, ਮੇਰੇ ਤੋਂ ਨਹੀਂ ਹੋਇਆ, ਫਿਰ ਹੋਣਾ ਇਹ ਆ ਕਿ ਜੋ ਨਹੀਂ ਹੋਇਆ ਉਹ ਤਾਂ ਗਿਆ। ਆ ਜਿਹੜਾ ਦਿਨ ਦਾ ਟਾਈਮ ਹੈ, ਇਹ ਵੀ ਤੁਹਾਡਾ ਸਹੀ ਨਹੀਂ ਲੰਘਣਾ। ਅਤੇ ਕਈ ਪਿਆਰਿਆਂ ਨਾਲ ਇੱਦਾਂ ਜ਼ਰੂਰ ਹੁੰਦਾ ਹੋਊਗਾ। ਸੋ ਇੱਦਾਂ ਨਹੀਂ ਕਰਨਾ। ਨਹੀਂ ਉੱਠਿਆ ਗਿਆ, ਕੋਈ ਗੱਲ ਨਹੀਂ, ਸਾਰਾ ਦਿਨ ਤੁਹਾਡੇ ਕੋਲ ਪਿਆ ਆ, ਫਿਰ ਨੈਕਸਟ ਡੇ ਫਿਰ ਮਿਲ ਜਾਣਾ ਆ, ਕੋਈ ਪ੍ਰੋਬਲਮ ਨਹੀਂ। ਪੋਜ਼ੀਟਿਵ ਰਹਿਣਾ, ਨਿਰਾਸ਼ ਨਹੀਂ ਹੋਣਾ, ਵਿਆਕੁਲ ਨਹੀਂ ਹੋਣਾ। ਇਹ ਚੀਜ਼ ਨਾ ਜ਼ਿੰਦਗੀ 'ਚੋਂ ਕੱਢ ਹੀ ਦਿਓ ਕਿ ਛੋਟੀਆਂ ਛੋਟੀਆਂ ਗੱਲਾਂ 'ਤੇ ਉਦਾਸ ਹੋ ਜਾਣਾ, ਨਿਰਾਸ਼ ਹੋ ਜਾਣਾ, ਕੋਈ ਗੱਲ ਨਹੀਂ। ਜੇ ਉਹਨੇ ਸਵੇਰੇ ਨਹੀਂ ਉਠਾਇਆ, ਹੋ ਸਕਦਾ ਦਿਨ ਦੇ ਵਿੱਚ ਤੁਹਾਨੂੰ ਇੰਨੀ ਕਿਰਪਾ ਦੇ ਦੇਵੇ ਕਿ ਤੁਸੀਂ ਹੈਰਾਨ ਹੋ ਜਾਓ। ਝੋਲੀ ਨਹੀਂ ਡਾਊਨ ਕਰਨੀ ਆਪਣੀ। ਇਹ ਜਿਹੜੀ ਨਿਰਾਸ਼ਤਾ ਹੈ ਨਾ, ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਝੋਲੀ ਅੱਡੀ ਨਹੀਂ, ਤੁਸੀਂ ਫੋਲਡ ਕਰਕੇ ਰੱਖ ਲਈ। ਕਦੇ ਵੀ ਨਿਰਾਸ਼ ਨਹੀਂ ਹੋਣਾ। ਫਿਰ ਉਸ ਤੋਂ ਬਾਅਦ ਇੱਕ ਹੋਰ ਸਵਾਲ ਆਉਂਦਾ ਹੁੰਦਾ ਕਿ ਉੱਠ ਜਾਈਦਾ ਆ ਭਾਈ ਸਾਹਿਬ, ਪਰ ਨਾ ਨੀਂਦ ਬਹੁਤ ਆਉਂਦੀ ਆ। ਇਹਦੀ ਜੇ ਨੀਂਦ ਤੋਂ ਖਹਿੜਾ ਛਡਾਉਣਾ ਹੈ ਨਾ, ਫਿਰ ਇਸ਼ਨਾਨ ਇੱਕ ਤਾਂ ਬਹੁਤ ਪਿਆਰੀ ਚੀਜ਼ ਆ। ਤੁਸੀਂ ਗੁਰਮੰਤਰ ਜਪਦੇ ਜਪਦੇ ਇਸ਼ਨਾਨ ਕਰਕੇ ਬੈਠ ਜਾਓ। ਬਹੁਤ ਹੱਦ ਤੱਕ ਇਹ ਸਲਿਊਸ਼ਨ ਆ ਕਿ ਨੀਂਦ ਨਹੀਂ ਆਊਗੀ। ਕਈ ਪਿਆਰੇ ਨਹੀਂ ਇਸ਼ਨਾਨ ਕਰਦੇ, ਚਲੋ ਕੋਈ ਗੱਲ ਨਹੀਂ, ਇਹ ਛੱਡ ਦਿਓ ਇਹ ਗੱਲ ਕਿ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਇਸ ਬਾਰੇ ਫਿਰ ਕਦੇ ਵਿਚਾਰ, ਕੋਈ ਗੱਲ ਨਹੀਂ। ਪਰ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਨਾ ਅੰਮ੍ਰਿਤ ਵੇਲੇ ਦੀ, ਕੁਝ ਸਾਲ ਪਹਿਲਾਂ, ਅਤੇ ਨੀਂਦ ਆ ਜਾਣੀ ਕਿਉਂਕਿ ਚਾਉ ਨਹੀਂ ਸੀਗਾ ਅੰਦਰ। ਇਹ ਨਾ ਨੀਂਦ ਅਤੇ ਚਾਉ ਦਾ ਬਹੁਤ ਵੱਡਾ ਕਨੈਕਸ਼ਨ ਆ। ਜੇ ਅੰਦਰ ਚਾਉ ਆ ਨਾ, ਅਤੇ ਤੁਹਾਨੂੰ ਨੀਂਦ ਆ ਹੀ ਨਹੀਂ ਸਕਦੀ, ਕਦੀ ਵੀ ਨਹੀਂ ਆ ਸਕਦੀ, ਕਿਉਂਕਿ ਅੰਦਰ ਚਾਉ ਆ, ਅੰਦਰ ਇੱਕ ਟਾਰਗੇਟ ਆ ਕਿ ਮੈਂ
ਉਹ ਦੁਨੀਆ ਹੀ ਹੋਰ ਆ ਜਿੱਥੇ ਨੀਂਦ ਕੀ, ਕੋਈ ਨਿਰਾਸ਼ਤਾ, ਕੋਈ ਵਿਆਕੁਲਤਾ, ਕੋਈ ਨੀਂਦ, ਕੁਛ ਨਹੀਂ ਆਉਣਾ ਉੱਥੇ। ਪਰ ਫਿਲਹਾਲ ਜੇ ਆ ਰਹੀ ਆ ਨਾ ਤੇ ਇਹ ਨਹੀਂ ਸਮਝਣਾ ਕਿ ਮੈਂ ਕਿਸੇ ਤੋਂ ਮਾੜਾ ਆ, ਮੇਰੇ 'ਤੇ ਕਿਰਪਾ ਨਹੀਂ ਆ। ਕੋਈ ਗੱਲ ਨਹੀਂ, ਅੱਜ ਨਹੀਂ ਆ ਤਾਂ ਕੱਲ੍ਹ ਨੂੰ ਮਿਲ ਜਾਊਗੀ। ਪਰ ਮੈਂ ਖੁਦ ਦੀ ਗੱਲ ਦੱਸਾਂ ਨਾ ਤੇ ਮੇਰਾ ਵੀ ਇਹੀ ਹਾਲ ਸੀਗਾ। ਉੱਠ ਕੇ ਬਹਿ ਜਾਣਾ ਤੇ ਬੈਠੇ ਬੈਠੇ ਨੇ ਸੌਂ ਜਾਣਾ, ਪਤਾ ਹੀ ਨਹੀਂ ਲੱਗਣਾ। ਜੇ 3 ਵਜੇ ਉੱਠੇ ਆ ਤੇ 5 ਮਿੰਟ ਸਿਮਰਨ ਤੇ ਬਾਕੀ ਢੋਲ ਆਈ ਹੋਣੀ, ਮੂੰਹ ਖੁੱਲ੍ਹਾ ਰਹਿ ਜਾਣਾ, ਇੱਦਾਂ ਹੀ ਲੰਮੇ ਪੈ ਕੇ ਪਤਾ ਨਹੀਂ ਲੱਗਣਾ ਕਦੋਂ ਅੰਮ੍ਰਿਤ ਵੇਲਾ ਚਲਾ ਗਿਆ। ਸੋ ਇਹ ਸਭ ਨਾਲ ਹੁੰਦਾ ਆ, ਸ਼ੁਰੂਆਤ ਸਭ ਦੀ ਇੱਦਾਂ ਹੀ ਆ। ਪਰ ਜੇ ਅਸੀਂ ਨਿਰਾਸ਼ ਹੋ ਜਾਵਾਂਗੇ ਕਿ ਨਹੀਂ ਮੇਰੇ 'ਤੇ ਕਿਰਪਾ ਨਹੀਂ ਆ, ਮੇਰੇ ਤੋਂ ਤਾਂ ਹੋਣਾ ਹੀ ਨਹੀਂ ਆ, ਇਹ ਸਭ ਗੱਲਾਂ ਛੱਡ ਦਿਓ, ਲੱਗੇ ਰਹਿਣਾ ਅਸੀਂ। ਫਿਰ ਗੁਰੂ ਸਾਹਿਬ ਨੇ ਸਮਝਾਇਆ ਕਿ ਪਿਆਰਿਆ ਤੂੰ ਉੱਠਦਾ ਤਾਂ ਹੈਗਾ ਆ, ਪਰ ਕੁਆਲਿਟੀ ਨਹੀਂ ਹੈ ਵਿੱਚ ਕਰਨ ਦੇ ਵਿੱਚ, ਹੈ ਨਾ। ਤੂੰ ਬੈਠ ਜਾਂਦਾ ਆ ਪਰ ਬੈਠਾ ਬੈਠਾ ਹੀ ਸੌ ਜਾਂਦਾ ਆ। ਅਤੇ ਕੀ ਇਹਨੂੰ ਅਸੀਂ ਇਹ ਕਹਾਂਗੇ ਕਿ ਹਾਂ ਮਤਲਬ ਵੀ ਉੱਠ ਵੀ ਗਿਆ, ਆਪਣਾ ਹਾਜ਼ਰੀ ਵੀ ਲਵਾ ਲਈ ਕਿ ਮੈਂ ਉੱਠ ਗਿਆ, ਪਰ ਉੱਠ ਕੇ ਕੀਤਾ ਕੀ? ਕੁਛ ਵੀ ਨਹੀਂ। ਜਿਹੋ ਜਿਹਾ ਬੈੱਡ 'ਤੇ ਲੰਮਾ ਪਿਆ ਸੀ ਉਹੋ ਜਿਹਾ ਬੈਠਾ। ਪਿਆਰਿਓ, ਜੇ ਉੱਦਮ ਕਰਨਾ ਹੈ ਨਾ, ਕਿਰਤ ਕਮਾਉਣੀ ਆ, ਜੇ ਉਹ ਚਾਹੋ ਅੰਦਰ ਪੈਦਾ ਕਰਨਾ ਆ, ਅਤੇ ਇੱਕ ਚੀਜ਼ ਹੋਰ ਆ, ਕਦੇ ਵੀ ਨੀਂਦ ਆਵੇ ਨਾ, ਜਿਵੇਂ ਆਪਣੀ ਗੱਲ ਦੱਸਾਂ ਤੇ ਅਜੇ ਵੀ ਕਦੇ ਕਦੇ ਹੋ ਜਾਂਦਾ ਕਿ 2 ਘੰਟੇ 3 ਘੰਟੇ ਜਿੰਨਾ ਵੀ ਗੁਰੂ ਸਾਹਿਬ ਸਮਾਂ ਲੈਂਦੇ ਨੇ ਅੰਮ੍ਰਿਤ ਵੇਲੇ ਜਾਂ ਲੈਂਦੇ ਰਹੇ, ਅਤੇ ਕਦੇ ਵੀ ਬੈੱਡ ਨੂੰ ਟੱਚ ਨਹੀਂ ਕੀਤਾ, ਕਿਉਂਕਿ ਆਪਣੀ ਕਮਜ਼ੋਰੀ ਪਤਾ ਸੀ ਕਿ ਮੈਨੂੰ ਨੀਂਦ ਆ ਜਾਣੀ। ਕਿਉਂਕਿ ਉਦੋਂ ਚਾਹੋ ਤਾਂ ਹੈ ਹੀ ਨਹੀਂ ਸੀ, ਬਸ ਇਹ ਸੀਗਾ ਕਿ ਮੈਂ ਗੁਰਸਿੱਖਾਂ ਦੀ ਗੱਲ ਕਮਾਉਣੀ ਆ, ਮੈਂ ਆਪਣੇ ਗੁਰੂ ਦੀ ਗੱਲ ਮੰਨਣੀ ਆ। ਗੁਰੂ ਨੇ ਕਿਹਾ ਆ ਅੰਮ੍ਰਿਤ ਵੇਲਾ ਸੱਚ ਨਾਉ, ਅਤੇ ਮੈਂ ਉੱਠਣਾ ਆ। ਗੁਰੂ ਨੇ ਕਿਹਾ ਕਿ ਚੌਥੇ ਪੈਰ ਸਭਾ ਕੇ ਸੁਰਤਿਆਂ ਉਪਜੈ ਚਾਓ, ਅਤੇ ਮੈਂ ਵੀ ਉੱਠਣਾ ਆ। ਮੈਨੂੰ ਨਹੀਂ ਪਤਾ ਕਿ ਤੂੰ ਮੈਨੂੰ ਕੀ ਦੇਣਾ ਉਸ ਸਮੇਂ, ਮੈਨੂੰ ਇਹ ਵੀ ਨਹੀਂ ਪਤਾ ਮੈਨੂੰ ਕੀ ਮਿਲਣਾ ਆ, ਪਰ ਮੈਂ ਦੇਖਣਾ ਆ ਉੱਠ ਕੇ। ਅਤੇ ਕਮਜ਼ੋਰੀ ਜਦੋਂ ਆਪਣੀ ਪਤਾ ਲੱਗਦੀ ਹੈ ਨਾ, ਅਤੇ ਫਿਰ ਜਦੋਂ ਪਤਾ ਹੀ ਹੈ ਕਿ ਮੈਨੂੰ ਨੀਂਦ ਆਉਣੀ ਆ, ਫਿਰ ਬਹਿਣਾ ਨਹੀਂ। ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਨਾ, ਖੜ੍ਹੇ ਹੋ ਜਾਓ, ਖੜ੍ਹੇ ਹੋ ਕੇ ਕਰ ਲਓ, ਤੁਰਦੇ ਫਿਰਦੇ ਕਰ ਲਓ ਰੂਮ ਦੇ ਵਿੱਚ। ਅਤੇ ਜਦੋਂ ਸੁਰਤ ਸੰਭਾਲੀ, ਗੁਰੂ ਸਾਹਿਬ ਨੇ ਸਮਝ ਆਈ ਕਿ ਪਿਆਰਿਆ ਤੂੰ ਤਾਂ ਬਸ ਇੱਦਾਂ ਹੀ ਕਹਿ ਲਓ ਕਿ ਉੱਠ ਵੀ ਜਾਂਦਾ ਅਤੇ ਕਰਦਾ ਵੀ ਕੁਛ ਨਹੀਂ ਆ। ਫਿਰ ਗੁਰੂ ਸਾਹਿਬ ਨੇ ਇਹ ਸਮਝਾਇਆ ਕਿ ਆਪਣੀ ਕਮਜ਼ੋਰੀ ਨੂੰ, ਜੇ ਕਮਜ਼ੋਰੀ ਪਤਾ ਲੱਗ ਗਈ ਹੈ ਨਾ, ਅਤੇ ਇਹਦੇ ਤੋਂ ਅੱਗੇ ਆਪਾਂ ਨਿਕਲਣਾ। ਫਿਰ ਕਦੀ ਵੀ ਉਸ ਦਿਨ ਤੋਂ ਬਾਅਦ ਕਦੇ ਵੀ ਬੈੱਡ ਨੂੰ ਟੱਚ ਵੀ ਨਹੀਂ ਕੀਤਾ। ਅਲਾਰਮ ਵੱਜ ਗਿਆ, ਖੜ੍ਹੇ ਹੋ ਕੇ ਇੱਧਰ ਉੱਧਰ ਟਹਿਲਦੇ, ਵਾਹਿਗੁਰੂ ਦੇ ਗੁਣ ਗਾਉਣੇ ਸ਼ੁਰੂ ਕਰ ਦੇਣੇ, ਨਾਮ ਜਪਣਾ ਸ਼ੁਰੂ ਕਰ ਦੇਣਾ, ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ। ਕਦੇ ਸਵੇਰੇ 3 ਵਜੇ ਹੀ ਸੜਕ 'ਤੇ ਤੁਰਨਾ ਸ਼ੁਰੂ ਕਰ ਦੇਣਾ ਬਾਹਰ, ਕਿ ਹੁਣ ਤਾਂ ਪੱਕਾ ਹੀ ਨਹੀਂ ਨੀਂਦ ਆਊਗੀ। ਸੋ ਜੋ ਇੱਦਾਂ ਨਹੀਂ ਕਰ ਸਕਦਾ, ਕੋਈ ਗੱਲ ਨਹੀਂ, ਉਹ ਖੜ੍ਹਾ ਹੋ ਕੇ ਕਰ ਲਵੇ, ਰੂਮ 'ਚ ਤੁਰਦਿਆਂ ਫਿਰਦਿਆਂ ਕਰ ਲਵੇ, ਕੋਈ ਵੀ ਢੰਗ ਅਪਣਾ ਲਓ ਕਿ ਜਿਸ ਨਾਲ ਨੀਂਦ ਨਾ ਆਵੇ। ਸੋ ਅਸੀਂ ਉੱਠ ਕੇ ਬੈਠ ਜਾਂਦੇ ਹਾਂ, ਢੋਲ ਆ ਲਈ, ਬੈੱਡ 'ਤੇ ਬੈਠੇ ਰਹੇ, ਫਿਰ ਤਾਂ ਉਹੀ ਗੱਲ ਕਿ ਵਿਅਰਥ ਹੀ ਜਾਊਗਾ। ਸੋ ਇੱਕ ਗੱਲ ਹੋਰ, ਜਦੋਂ ਵੀ ਉੱਠਣਾ ਹੈ ਨਾ, ਅਤੇ ਉਹ ਜਿਹੜੀ ਮੈਂ ਗੱਲ ਦੱਸੀ ਇਸ ਤੋਂ ਪਹਿਲਾਂ ਉਹ ਕੰਪਲੀਟ ਕਰ ਲਵਾਂ ਕਿ
ਜਦੋਂ ਮੈਂ ਦੱਸਿਆ ਕਿ ਹਾਂ ਮੇਰੇ ਨਾਲ ਵੀ ਇੱਦਾਂ ਹੀ ਹੁੰਦਾ ਸੀਗਾ, ਉਦੋਂ ਕੋਈ ਸੰਗਤ ਬਹੁਤ ਵਧੀਆ ਨਹੀਂ ਸੀ। ਇਸੇ ਕਰਕੇ ਗੁਰੂ ਸਾਹਿਬ ਨੇ ਕਹਿਲਵਾਇਆ ਕਿ ਸੰਗਤ ਵੀ ਨਾਲ ਜ਼ਰੂਰ ਕਰਨੀ ਹੈ। ਜਦੋਂ ਤੁਹਾਡਾ ਉਦਮ ਤੇ ਇਹ ਛੋਟੀਆਂ ਛੋਟੀਆਂ ਬਾਤਾਂ ਜਿਹੜੀਆਂ ਹੁਣ ਐਕਸਪਲੇਨ ਹੋਈਆਂ, ਉਹ ਉਦਮ, ਸੰਗਤ ਤੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਜੁਗਤੀਆਂ ਨੇ, ਜੇ ਤੁਸੀਂ ਇਹ ਸਭ ਕਰਨਾ ਸ਼ੁਰੂ ਕਰ ਦਿਓਗੇ ਨਾ, ਤੇ ਆਪਣੇ ਆਪ ਹੀ ਗੁਰੂ ਸਾਹਿਬ ਨੇ ਚਾਓ ਬਖਸ਼ ਦੇਣਾ, ਆਪਣੇ ਆਪ। ਕਿਉਂਕਿ ਗੁਰੂ ਸਾਹਿਬ ਖੁਦ ਕਹਿੰਦੇ ਆ, ਉਦਮ ਕਰਿੰਦਿਆਂ ਜਿਉ ਤੋਂ। ਉਹਨੇ ਤੁਹਾਡੇ ਉਦਮ ਦੇ ਵਿੱਚ ਆਪਣੇ ਆਪ ਆਨੰਦ ਭਰ ਦੇਣਾ, ਚਾਓ ਭਰ ਦੇਣਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸੋ ਜਦੋਂ ਵੀ ਉੱਠਣਾ ਹੈ ਨਾ, ਉਦੋਂ ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਾ। ਤੁਸੀਂ ਸੋਚੋ ਉਸ ਸਮੇਂ ਕਿੰਨੀਆਂ ਸੋਹਣੀਆਂ ਸੋਹਣੀਆਂ ਰੂਹਾਂ ਉੱਠ ਕੇ ਜਪਦੀਆਂ ਹੋਣਗੀਆਂ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂ ਇਹ ਵਾਹਿਗੁਰੂ ਦੇ ਪਿਆਰੇ ਨੇ। ਜੇ ਤੁਸੀਂ ਇਹ ਸੋਚ ਕੇ ਬੈਠੋਗੇ ਨਾ ਕਿ ਮੈਂ ਉਹਨਾਂ 'ਚ ਹੀ ਬੈਠਾ ਹਾਂ, ਫਿਰ ਕਦੇ ਵੀ ਨੀਂਦ ਨਹੀਂ ਆਉਣੀ। ਬਸ ਇਹ ਸੋਚ ਕੇ ਬੈਠਣਾ ਕਿ ਭਾਵੇਂ ਮੈਂ ਇਸ ਆਪਣੇ ਘਰ 'ਚ ਇਕੱਲਾ ਹੀ ਹਾਂ ਜਿਹੜਾ ਉੱਠਿਆ ਆ, ਜਾਂ ਇਸ ਮੁਹੱਲੇ 'ਚ ਸ਼ਾਇਦ ਮੈਂ ਇਕੱਲਾ ਹੋਊਂਗਾ ਜੋ ਉੱਠਿਆ ਹੋਊਂਗਾ, ਪਰ ਤੁਸੀਂ ਦੇਖੋ ਗੁਰੂ ਸਾਹਿਬ ਕਹਿ ਰਹੇ, ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਕਿੰਨੇ ਹੀ ਸੇਵਕ ਨੇ ਜਿਹੜੇ ਧਿਆਨ 'ਚ ਨੇ, ਕਿੰਨੇ ਹੀ ਸੇਵਕ ਨੇ ਜਿਹੜੇ ਉਹਨੂੰ ਸਿਮਰ ਰਹੇ ਨੇ। ਕੇਤੀਆਂ ਸੁਰਤੀ, ਕਿੰਨੇ ਹੀ ਨੇ ਜਿਹੜੇ ਉਸ ਸਮੇਂ ਵੀ ਕਿਤੇ ਨਾ ਕਿਤੇ ਜਪ ਰਹੇ ਹੋਣਗੇ, ਕਿਤੇ ਨਾ ਕਿਤੇ ਸਿਮਰ ਰਹੇ ਹੋਣਗੇ, ਤੇ ਤੂੰ ਉਹਨਾਂ ਦੀ ਸ਼ਰਨ 'ਚ ਬੈਠਾ ਹੈ, ਉਹਨਾਂ ਦੀ ਸੰਗਤ 'ਚ ਬੈਠਾ ਹੈ। ਬਸ ਇਹ ਸੋਚ ਕੇ ਬੈਠ ਜਾਣਾ, ਫਿਰ ਕਿੱਥੇ ਨੀਂਦ ਆਉਣੀ ਨਹੀਂ। ਫਿਰ ਜੇ ਆ ਵੀ ਜਾਊਗੀ, ਆਉਣ ਦੀ ਕੋਸ਼ਿਸ਼ ਵੀ ਹੋਊਗੀ, ਤਾਂ ਖੜੇ ਹੋ ਜਾਓ, ਇੱਧਰ ਉੱਧਰ ਟਹਿਲਦੇ ਸਿਮਰਨ ਕਰੋ, ਗੁਣ ਗਾਓ, ਨੀਂਦ ਦਾ ਕੋਈ ਚੱਕਰ ਹੀ ਨਹੀਂ ਪੈਣਾ। ਸੋ ਆਸ ਆ ਕਿ ਇਹਨਾਂ ਛੋਟੀਆਂ ਛੋਟੀਆਂ ਬਾਤਾਂ ਨੂੰ ਜ਼ਰੂਰ, ਜੋ ਤੁਹਾਡੇ ਹਿਰਦੇ ਨੂੰ ਲੱਗ ਗਈਆਂ ਹੋਣ, ਆਸ ਆ ਕਿ ਆਪਾਂ ਸਾਰੇ ਰਲ ਮਿਲ ਕੇ ਉੱਠ ਸਕੀਏ, ਜਪ ਸਕੀਏ। ਬਸ ਇਹੀ ਮਨੋਰਥ ਸੀ, ਹੋਰ ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।